सत श्री अकाल जी। स्वागत है ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਅੱਜ ਅਸੀਂ ਦੇਖੋ ਵੈਸੇ ਤਾਂ ਥੰਬਨੇਲ ਸੀਗਾ ਜੋ ਜਿਹਦੇ ਤੇ ਅਸੀਂ ਇਹ ਕਲੀਅਰ ਕੀਤਾ ਸੀਗਾ ਕਿ ਆਪਾਂ ਇਸ ਵਾਰ ਨਾ ਇਸ ਵੀਡੀਓ 'ਚ ਸਪੈਸ਼ਲੀ ਬਹੁਤ ਸਾਰੇ ਬੱਚਿਆਂ ਦੀ ਕੁਐਰੀ ਸੀਗੀ ਕਿ ਪੀਪੀਐਸਸੀ ਪੀਸੀਐਸ ਦਾ ਜਿਹੜਾ ਐਗਜ਼ੈਕਟਿਵ ਬ੍ਰਾਂਚ ਦਾ ਪੇਪਰ ਹੁੰਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੀਸੀਐਸ ਦਾ ਪ੍ਰਮੋਸ਼ਨ ਵਾਲਾ ਪੇਪਰ, ਠੀਕ ਹੈ, ਜਿਹਦੀ ਕਿ ਦੁਬਾਰਾ ਪੀਪੀਐਸਸੀ ਚੋਂ ਇੱਕ ਆਵਾਜ਼ ਉੱਠੀ ਹੈ ਕਿ ਇਹ ਪੇਪਰ ਹੁਣ ਆਉਣ ਵਾਲਾ ਹੈ। ਇਹਨੂੰ ਲੈ ਕੇ ਬਹੁਤ ਸਾਰੇ ਐਸਪੀਰੈਂਟਸ 'ਚ ਇੱਕ ਕੁਐਰੀ ਸੀ ਕਿ ਕੀ ਅਸੀਂ ਇਸ ਪੇਪਰ ਵਾਸਤੇ ਐਲੀਜੀਬਲ ਹਾਂ। ਸੋ ਇਹਦੇ ਨਾਲ ਨਾ ਮੈਂ ਥੰਬਨੇਲ 'ਚ ਇਹ ਵੀ ਜ਼ਰੂਰ ਲਿਖਿਆ ਸੀ ਕਿ ਨਾਇਬ ਤਹਿਸੀਲਦਾਰ ਦਾ ਪੇਪਰ। ਦੇਖੋ ਨਾਇਬ ਤਹਿਸੀਲਦਾਰ ਦੇ ਪੇਪਰ ਨੂੰ ਲੈ ਕੇ ਇੰਸਟੀਟਿਊਟ ਵਾਲੇ ਵੀਡੀਓਜ਼ ਬਣਾ ਰਹੇ ਆ ਸਾਰੇ, ਤੇ ਹਰ ਕੋਈ ਆਪਣੇ ਲੈਵਲ ਤੇ ਹੱਕ ਆਪਣੇ ਲਈ ਮੰਗ ਕਰ ਰਿਹਾ ਕਿ ਇੱਕ ਟਰਾਂਸਪੇਰੈਂਟ ਇਨਕੁਆਇਰੀ ਹੋਵੇ ਤੇ ਪਤਾ ਲੱਗੇ ਕਿ ਜਿਹੜੇ ਬੰਦੇ ਵਿੱਚੋਂ ਗਲਤ ਆ ਉਹ ਸਾਈਡ ਤੇ ਹੋਣ ਜਾਂ ਬਾਕੀਆਂ ਦਾ ਰਿਜ਼ਲਟ ਕੱਢਿਆ ਜਾਵੇ, ਨਹੀਂ ਤਾਂ ਪੇਪਰ ਦਾ ਕੋਈ ਇੱਕ ਪਾਸਾ ਕੀਤਾ ਜਾਵੇ, ਕਿਉਂਕਿ ਪੇਪਰ ਵੈਸੇ ਹੀ ਬਹੁਤ ਸਾਰੀਆਂ ਲਿਟੀਗੇਸ਼ਨਸ 'ਚ ਫਸਿਆ ਹੋਇਆ ਹੈ, ਠੀਕ ਆ। ਤੇ ਸ਼ਾਇਦ ਪੀਪੀਐਸਸੀ ਕੋਲ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਨ੍ਹਾਂ ਦਾ ਸ਼ਾਇਦ ਪੀਪੀਐਸਸੀ ਕੋਲ ਵੀ ਪ੍ਰੋਪਰ ਜਵਾਬ ਨਾ ਹੋਵੇ। ਸੋ ਇੱਕ ਹੋਰ ਧੱਬਾ ਜੋ ਪੇਪਰ ਦੇ ਰਿਜ਼ਲਟ ਦੇ ਨਾਲ ਹੀ ਲੱਗ ਗਿਆ ਪੀਪੀਐਸਸੀ ਤੇ। ਸੋ ਮੈਂ ਨਹੀਂ ਚਾਹੁੰਦਾ ਕਿ ਇਸ ਪੱਧਰ ਤੇ ਕਨਸਟੀਟਿਊਸ਼ਨਲ ਬਾਡੀ ਜਿਹੜੀ ਆ ਉਹਨੂੰ ਆਪਣੇ ਆਪ ਨੂੰ ਡੀਫੇਮ ਹੋਣ ਦੇਣਾ ਚਾਹੀਦਾ ਹੈ। ਪੰਜਾਬ ਅੱਜ 2022 'ਚ ਕਿਤੇ 20 ਸਾਲ ਪਿੱਛੇ ਨਾ ਚਲੇ ਜੇ ਤੇ ਕਿਤੇ ਕਿਸੇ ਹੋਰ ਰਵੀ ਸਿੱਧੂ ਵਾਂਗ ਪੀਪੀਐਸਸੀ ਨੂੰ ਕਿਸੇ ਹੋਰ ਕੇਸ ਦੇ ਨਾਮ ਨਾਲ ਨਾ ਜਾਣਿਆ ਜਾਵੇ। ਸੋ ਪੀਪੀਐਸਸੀ ਨੂੰ ਕਦੇ ਵੀ ਇਸ ਤਰੀਕੇ ਦੀ ਕੋਈ ਵੀ ਸਟੈਪ ਨਹੀਂ ਚੱਕਣਾ ਚਾਹੀਦਾ ਜਿਹਦੇ ਨਾਲ ਕਿ ਸਾਨੂੰ 20 ਸਾਲ ਪੁਰਾਣੀ ਪੀਪੀਐਸਸੀ ਦੇ ਕਿਸੇ ਫੇਰ ਲੋਕ ਘੁਰੇਦ ਕੇ ਲੈ ਕੇ ਆਉਣ ਤੇ ਇਹ ਕਹਿਣ ਕਿ ਪੀਪੀਐਸਸੀ 20 ਸਾਲ ਪਹਿਲਾਂ ਐਵੇਂ ਦੀ ਹੁੰਦੀ ਸੀ। ਸੋ ਪੀਪੀਐਸਸੀ ਦੀ ਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਹੁਣ ਟਾਈਮ ਪੀਪੀਐਸਸੀ ਦੇ ਪੇਪਰਾਂ ਦਾ ਹੈ। ਇਹ ਨਾ ਹੋਵੇ ਕਿ ਏਡੀ ਤਗੜੀ ਕਨਸਟੀਟਿਊਸ਼ਨਲ ਬਾਡੀ 'ਚ ਲੋਕਾਂ ਦਾ ਟਰਸਟ ਖਤਮ ਹੋ ਜੇ। ਖੈਰ, ਇਸ ਪੇਪਰ ਨਾਲ ਰਿਲੇਟਡ ਜੋ ਵੀ ਇਨਪੁਟਸ ਪਬਲਿਕ ਡੋਮੇਨ 'ਚ ਆਈਆਂ ਹੈ ਤੇ ਜੋ ਨਹੀਂ ਵੀ ਆਈਆਂ, ਜੋ ਸਿਰਫ ਅੰਦਰ ਖਾਤੇ ਰਹਿ ਗਈਆਂ, ਉਹਨਾਂ ਤੋਂ ਤਾਂ ਇਹ ਗੱਲ ਸਮਝ ਆਉਂਦੀ ਆ ਹੁਣ ਤੱਕ ਕਿ ਇਹ ਘਪਲਾ ਉਹ ਘਪਲਾ ਤਾਂ ਹੈ ਨਹੀਂ ਜਿਹੜਾ ਸਾਹਮਣੇ ਦਿਸ ਕੇ ਆ ਗਿਆ ਕਿ ਇਹ ਫਰਾਡ ਜਿਹੜਾ ਹੈ ਇਹ ਸਿਰਫ ਉਹਨਾਂ ਬੱਚਿਆਂ ਨਾਲ ਨਹੀਂ ਹੋਇਆ ਜਿਨ੍ਹਾਂ ਨੇ ਮਿਹਨਤ ਕੀਤੀ ਹੈ। ਇਹ ਫਰਾਡ ਕਈ ਜਗ੍ਹਾ ਤੋਂ ਸੋਰਸਿਸ ਤੋਂ ਇਹ ਵੀ ਸਮਝਣ 'ਚ ਆ ਰਿਹਾ ਕਿ ਇਹ ਫਰਾਡ ਉਹਨਾਂ ਨਾਲ ਵੀ ਹੋਇਆ ਹੈ ਜਿਨ੍ਹਾਂ ਨੇ ਪੈਸੇ ਦਿੱਤੇ ਆ। ਮਤਲਬ ਹਰ ਇੱਕ ਨੂੰ ਹੀ ਇਸ ਫਰਾਡ 'ਚ ਠੱਗਿਆ ਗਿਆ ਹੈ। ਖੈਰ, ਪਰਮਾਤਮਾ ਇਸ ਪੇਪਰ ਦੇ ਨਾਲ ਸੰਬੰਧਿਤ ਸਾਰੇ ਲੋਕਾਂ ਨੂੰ ਇਨਸਾਫ ਦੇਵੇ ਤੇ ਜਿਹੜੇ ਮਿਹਨਤ ਕਰਕੇ ਜੌਬ ਕਰਨਾ ਚਾਹੁੰਦੇ ਆ ਸਿਰਫ ਇਹਦੇ 'ਚ ਉਹੀ ਜਾਣ ਜਿਹੜੇ ਡਿਜ਼ਰਵ ਕਰਦੇ ਆ ਤੇ ਜਿਨ੍ਹਾਂ ਨੇ ਸੱਚੀ ਮਿਹਨਤ ਕੀਤੀ ਹੈ। ਤੇ ਜਲਦੀ ਇਸ ਪੇਪਰ ਦਾ ਨਿਪਟਾਰਾ ਹੋਵੇ, ਜੋ ਵੀ ਇਹਦੇ ਨਾਲ ਰਿਲੇਟਡ ਡਿਸਪਿਊਟ ਨੇ ਜਾਂ ਜੋ ਵੀ ਲਿਟੀਗੇਸ਼ਨਸ ਨੇ ਉਹ ਨਿਬੜਨ ਤੇ ਜਲਦੀ ਇਸ ਪੇਪਰ ਦਾ ਨਿਪਟਾਰਾ ਹੋਵੇ। ਤੇ ਇਸ ਚੀਜ਼ ਨੂੰ ਸਿਰਫ ਕਰਪਸ਼ਨ ਕਹਿ ਕੇ ਨਹੀਂ, ਪੀਪੀਐਸਸੀ ਨੇ ਜਿਹੜੇ ਲੂਪ ਹੋਲਸ ਇਸ ਪੇਪਰ 'ਚ ਛੱਡੇ ਸੀਗੇ ਜਿਹਦੇ ਕਰਕੇ ਵਾਰ-ਵਾਰ ਪੇਪਰ ਰੁਕਦੇ ਆ ਸਾਡੇ, ਕਿਉਂਕਿ ਅਸੀਂ ਕੀ ਕਰ ਰਹੇ ਹਾਂ ਹੁਣ ਇਹਨੂੰ ਅਸੀਂ ਇੱਕ ਮੁੱਦਾ ਬਣਾ ਰਹੇ ਹਾਂ ਕਿ ਬਈ ਇਹ 'ਚ ਕਰਪਸ਼ਨ ਹੋਈ ਹੈ। ਕਿਉਂਕਿ ਜੇ ਅੱਜ ਸਰਕਾਰ ਦੇ ਸਾਹਮਣੇ ਅੱਜ ਆਵਾਜ਼ ਉਠਾਉਣੀ ਹੈ ਨਾ ਤੇ ਉਹ ਸਾਰੇ ਪੁਆਇੰਟ ਜਿਹੜੇ ਆ ਵੈਲਿਡ ਪੁਆਇੰਟ ਰੱਖਣੇ ਚਾਹੀਦੇ ਆ। ਦੇਖੋ, ਇੱਕ ਸਾਡੇ ਸਟੂਡੈਂਟਸ ਜਿਹੜੇ ਐਸਪੀਰੈਂਟਸ ਜਿਹੜੇ ਆ ਉਹ ਇੱਕ ਪੁਆਇੰਟ ਬਹੁਤ ਵਾਰ-ਵਾਰ ਲੈ ਕੇ ਜਾ ਰਹੇ ਆ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਇੰਸਟੀਟਿਊਟ ਵਾਲਿਆਂ ਨੂੰ ਇਹ ਨਾ ਹੋਵੇ ਕਿ ਤੁਹਾਡੀ ਕੀਤੀ ਹੋਈ ਇੱਕ ਬੇਤਰਕ ਦੀ ਗੱਲ ਸਾਰੀਆਂ ਗੱਲਾਂ ਤੇ ਮੁੱਦਾ ਬਣ ਜੇ। ਹੁਣ ਅਸੀਂ 2-3 ਮੁੱਦੇ ਕਿ ਪੀਪੀਐਸਸੀ ਜਾਣਬੁੱਝ ਕੇ ਹਰ ਪੇਪਰ ਨੂੰ ਲਿਟੀਗੇਸ਼ਨਸ 'ਚ ਮਤਲਬ ਕਿ ਕੋਰਟ ਤੱਕ ਕਿਉਂ ਲੈ ਕੇ ਜਾਣ ਦਿੰਦੀ ਹੈ। ਕੋਈ ਲੂਪ ਹੋਲ ਰਹੂਗਾ ਨਹੀਂ ਪੇਪਰ ਲੈਣ ਵਾਸਤੇ ਜਦੋਂ ਤੁਹਾਡੇ ਕੋਲ ਐਡਾ ਤਗੜਾ ਕਮਿਸ਼ਨ ਆ ਕਿ ਉਹਦੇ ਮੈਂਬਰਸ ਤੇ ਚੇਅਰਮੈਨ ਸਾਹਿਬ ਤੇ ਸੈਕਟਰੀ ਸਾਰੇ ਮਿਲ ਕੇ ਕਿ ਇਸ ਤਰੀਕੇ ਦਾ ਕੋਈ ਪਰਫਾਰਮਾ ਜਾਂ ਸਿਸਟਮ ਨਹੀਂ ਤਿਆਰ ਕਰ ਸਕਦੇ ਕਿ ਉਹਨੂੰ ਲਿਟੀਗੇਸ਼ਨਸ ਤੋਂ ਬਚਾਇਆ ਜਾ ਸਕੇ ਪੇਪਰ ਨੂੰ। ਤੇ ਇਹੋ ਜਿਹੇ ਕੋਰਟ ਕੇਸ ਹੁੰਦੇ ਆ ਜਿਹੜੇ ਆਮ ਹਰ ਬੰਦੇ ਨੂੰ ਪਤਾ ਹੁੰਦੇ ਆ ਕਿ ਇਹ ਹੋ ਸਕਦੇ ਆ। ਦੂਸਰਾ, ਅਸੀਂ ਵਾਰ-ਵਾਰ ਇੱਕ ਨਾ ਬਾਹਰਲੀਆਂ ਸਟੇਟਾਂ ਵਾਲਿਆਂ ਦਾ ਮੁੱਦਾ ਲੈ ਕੇ ਜਾ ਰਹੇ ਹਾਂ। ਅਸੀਂ ਇਹਦੇ ਤੇ ਪੂਰੀ ਕਨਸਟੀਟਿਊਸ਼ਨਲ ਸਮਝ ਰੱਖੀ ਹੈ, ਸੰਵਿਧਾਨਕ ਤੌਰ ਤੇ ਅਸੀਂ ਸਮਝ ਰੱਖੀ ਹੈ ਕਿ ਦੂਜੀਆਂ ਸਟੇਟਾਂ ਵਾਲਿਆਂ ਨੂੰ ਪੰਜਾਬ 'ਚ ਨੌਕਰੀ ਜੇ ਮਿਲ ਰਹੀ ਹੈ ਕੀ ਪੰਜਾਬ ਵਾਲਿਆਂ ਨੂੰ ਦੂਜੀਆਂ ਸਟੇਟਾਂ 'ਚ ਨਹੀਂ ਮਿਲ ਰਹੀ। ਅਸੀਂ ਜਿਹੜੇ ਗਰਾਊਂਡ ਦੇ ਆਧਾਰ ਤੇ ਰੈਜ਼ੀਡੈਂਸ ਸਰਟੀਫਿਕੇਟ ਲਾਗੂ ਕਰਨ ਦੀ ਗੱਲ ਕਹਿ ਰਹੇ ਹਾਂ ਕੀ ਉਹ ਕਨਸਟੀਟਿਊਸ਼ਨਲੀ ਸੰਵਿਧਾਨਕ ਤੌਰ ਤੇ ਠੀਕ ਆ ਜਾਂ ਕਿਸੇ ਹੋਰ ਸਟੇਟ ਨੇ ਕੀਤਾ ਹੈ। ਕਈ ਵਾਰੀ ਕੀ ਹੁੰਦਾ, ਮੇਰੇ ਨਾਲ ਕੋਈ ਗੱਲ ਕਰ ਲੈਂਦਾ ਕਿ ਸਰ ਹਰਿਆਣੇ 'ਚ ਹੈਗਾ ਏ, ਮੈਂ ਕਹਿੰਦਾ ਹੁੰਦਾ ਲਿਆਓ ਦਿਖਾਓ ਕਿੱਥੇ ਆ, ਫਿਰ ਉਹਦੇ ਕੋਲ ਕੋਈ ਜਵਾਬ ਨਹੀਂ ਹੈਗੇ ਆ ਜੀ ਕਾਗਜ਼। ਓਏ ਅਸੀਂ ਕਈ ਵਾਰੀ ਇਹੋ ਜਿਹਾ ਮੁੱਦਾ ਵੀ ਵਿੱਚ 5-4 ਘੈਂਟ ਮੁੱਦਿਆਂ 'ਚ ਇੱਕ 5ਵਾਂ ਮੁੱਦਾ ਰਖਾ ਦਿੰਦੇ ਆ ਜਿਹੜਾ ਗਲਤ ਹੁੰਦਾ ਹੈ ਤੇ ਉਹਦੇ ਕਰਕੇ ਸਾਡੀਆਂ ਚਾਰੇ ਗੱਲਾਂ ਨਹੀਂ ਸੁਣੀਆਂ ਜਾਂਦੀਆਂ।
ਆਪਣੀ ਅਨਪੜ੍ਹਤਾ ਦਾ ਸਬੂਤ ਨਾ ਦਈਏ, ਹਰ ਇੱਕ ਚੀਜ਼ ਉਹ ਲੈ ਕੇ ਜਾਈਏ ਜੋ ਵੈਲਿਡ ਆ ਤੇ ਕਨਸਟੀਟਿਊਸ਼ਨਲੀ ਵੈਲਿਡ ਆ। ਇਹਦੇ ਨਾਲ ਕੀ ਹੋਊਗਾ, ਸਾਡੀਆਂ ਆ ਮੁੱਦਾ, ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਕਰਪਸ਼ਨ ਦਾ ਮੁੱਦਾ ਹੈ, ਜਿਹਨੂੰ ਲੈ ਕੇ ਸਾਨੂੰ ਸਭ ਤੋਂ ਵੱਧ ਸੰਜੀਦਾ ਹੋ ਜਾਣਾ ਚਾਹੀਦਾ ਹੈ। ਆਖਰ ਇਸ ਪੇਪਰ 'ਚ ਅੱਜ ਕਰਪਸ਼ਨ ਹੋਈ ਹੈ, ਜੇ ਅੱਜ ਨਾ ਅਸੀਂ ਬੋਲੇ ਤਾਂ ਸਾਡੇ ਕੱਲ੍ਹ ਨੂੰ ਸਟੂਡੈਂਟਸ ਜਿਹੜੇ ਆ, ਸ਼ਾਇਦ ਮੇਰੇ ਵਰਗੇ ਨੂੰ ਜਾਂ ਕਿਸੇ ਨੂੰ ਫਾਇਦਾ ਹੋਵੇ ਕਿ ਹਾਂ ਜੇ ਉੱਪਰੋਂ 4 ਬੰਦੇ ਝੜ ਗਏ ਸਾਡਾ ਨੰਬਰ ਆ ਜੇ, ਪਰ ਮੈਂ ਕਿਸੇ ਇੱਕ ਇੰਡੀਵਿਜੂਅਲ ਦੇ ਫੇਵਰ 'ਚ ਨਹੀਂ ਜਾਣਾ ਚਾਹੁੰਦਾ। ਮੈਂ ਚਾਹੁੰਦਾ ਕਿ ਜੇ ਕਰਪਸ਼ਨ ਹੋਈ ਆ ਤਾਂ ਪੇਪਰ ਕੈਂਸਲ ਹੋ ਜੇ, ਚਾਹੇ ਅੱਜ 50 ਸੀਰੀਅਸ ਐਸਪੀਰੈਂਟਸ ਦਾ ਨੁਕਸਾਨ ਹੋ ਜੇ, ਕੋਈ ਫਰਕ ਨਹੀਂ, ਪਰ ਪੰਜਾਬ ਦੇ ਯੂਥ ਦੇ ਦਿਮਾਗ 'ਚ ਇਹ ਗੱਲ ਕਦੇ ਨਾ ਜਾਵੇ ਕਿ ਪੰਜਾਬ 'ਚ ਪੇਪਰ ਵਿਕ ਜਾਂਦੇ ਆ। ਬਿਕੋਜ਼ ਮੈਂ ਬਹੁਤ ਲੋਕਾਂ ਨੂੰ ਇਹੀ ਵਿਸ਼ਵਾਸ ਦਿੰਦਾ ਹੁੰਦਾ ਸੀ ਕਿ PPSC ਜਿਹੜੀ ਹੈ ਨਾ, ਉਹਦੇ ਪੇਪਰ ਬਹੁਤ ਟਰਾਂਸਪੇਰੈਂਟ ਹੁੰਦੇ ਆ ਤੇ ਨੋ ਡਾਊਟ ਅੱਜ ਤੱਕ ਗੜਬੜ ਹੁੰਦੀ ਦੇਖੀ ਵੀ ਨਹੀਂ। ਆਪਣੀ ਇਮਾਨਦਾਰੀ ਨਾਲ ਬੱਚੇ ਇਸ ਸੰਸਥਾ ਦੇ ਥਰੂ ਲੱਗਦੇ ਦੇਖੇ ਆ, ਠੀਕ ਆ। ਜਦੋਂ ਅਸੀਂ ਹੋਸ਼ ਸੰਭਾਲੀ ਆ ਜਾਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਜਾਂ ਖੁਦ ਤਿਆਰੀ ਸ਼ੁਰੂ ਕੀਤੀ ਆ, ਤਾਂ ਇਸ ਸੰਸਥਾ ਨੂੰ ਬੜਾ ਟਰਾਂਸਪੇਰੈਂਟ ਜਿਹੇ ਤਰੀਕੇ ਨਾਲ ਭਰਤੀ ਕਰਦੇ ਦੇਖਿਆ ਹੈ। ਕੋਈ ਕਵੇ ਤੁਹਾਨੂੰ ਨਹੀਂ ਪਤਾ ਲੱਗਦਾ ਜੀ, ਭਰਤੀ ਅੰਦਰ ਖਾਤੇ ਬਹੁਤ ਕੁਝ ਹੁੰਦਾ। ਇੰਨੀ ਕੁ ਤਾਂ ਸਾਨੂੰ ਸਮਝ ਹੈਗੀ ਆ ਕਿ ਜਿਹੜੇ 80-85 ਬੱਚੇ, 100 ਬੱਚੇ, 150 ਬੱਚੇ ਜਿਹੜੇ ਚੁਣੇ ਜਾਂਦੇ ਆ, ਉਹ ਤਕਰੀਬਨ ਜਾਣ ਪਛਾਣ 'ਚੋਂ, ਵਾਕਫੀਅਤ 'ਚ ਹੀ ਹੁੰਦੇ ਆ। ਹਰ ਪੇਪਰ 'ਚੋਂ ਪਤਾ ਹੁੰਦਾ ਕਿ ਆਹ ਲੱਗਣ ਵਾਲੇ ਸੀ, ਇਹ ਲੱਗ ਗਏ। ਇਸ ਪੇਪਰ 'ਚ ਪਹਿਲੀ ਵਾਰ ਕਿੰਤੂ ਪਰੰਤੂ ਹੋਈ ਹੈ ਤੇ ਕਰਪਸ਼ਨ ਦੇ ਬਲੇਮ ਲੱਗ ਗਏ ਆ। ਸੋ ਅਸੀਂ ਬਹੁਤ ਧਿਆਨ ਨਾਲ, ਮੈਂ ਵਾਰ-ਵਾਰ ਇਸ ਜਿਹੜਾ ਤੁਹਾਡਾ ਆਪਣੇ ਪੰਜਾਬੀਆਂ ਦੀ ਚੋਣ ਦਾ ਮੁੱਦਾ ਹੈ ਨਾ, ਇਹਨੂੰ ਲੈ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੰਵਿਧਾਨ ਕੀ ਕਹਿੰਦਾ ਹੈ, ਕਨਸਟੀਟਿਊਸ਼ਨ ਕੀ ਕਹਿੰਦਾ ਹੈ। ਤੁਹਾਡੇ 'ਚੋਂ ਬਹੁਤ ਜਾਣੇ ਕਈ ਵਾਰੀ ਮੇਰੇ ਕੋਲ ਵੀ ਸਲਾਹ ਲੈਣ ਆਉਂਦੇ ਹੁੰਦੇ ਆ, ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਯਾਰ ਸੰਵਿਧਾਨਕ ਰਾਹ ਲੈ ਕੇ ਆਓ। ਪੁੱਛੋ ਕਿਸੇ ਸਿਆਣੇ ਨੂੰ, ਤੁਸੀਂ ਆਪਣੀ ਟੀਮ 'ਚੋਂ 4 ਬੰਦੇ ਅੱਗੇ ਲਾਓ ਜਿਹੜੇ ਤੁਹਾਨੂੰ ਗਾਈਡ ਕਰ ਸਕਣ। ਕਿਸੇ ਚੰਗੇ ਮੈਂਟੋਰ ਤੋਂ ਸਲਾਹ ਲਓ ਕਿ ਅਸੀਂ ਕਿਵੇਂ ਕਨਸਟੀਟਿਊਸ਼ਨਲ ਤਰੀਕੇ ਨਾਲ ਆਪਣੀ ਮੰਗ ਸਰਕਾਰ ਅੱਗੇ ਰੱਖੀਏ, ਤਾਂ ਕਿ ਰੈਜ਼ੀਡੈਂਸ ਦਾ ਸਰਟੀਫਿਕੇਟ ਜਿਹੜਾ ਕਿ ਕਨਸਟੀਟਿਊਸ਼ਨਲੀ ਗਲਤ ਆ, ਜਿਹਨੂੰ ਕਿ ਸਰਕਾਰ ਕਦੇ ਵੀ ਕ੍ਰਾਈਟੇਰੀਏ ਦੇ ਤੌਰ ਤੇ ਨਹੀਂ ਰੱਖ ਸਕਦੀ, ਇਹਦੇ ਅਲਟਰਨੇਟ ਤੌਰ ਤੇ ਹੋਰ ਕਿਹੜੀ ਬੈਕ ਐਂਡ ਤੋਂ ਤਰੀਕਾ ਹੈ ਜਿਹਦੇ ਨਾਲ ਪੰਜਾਬ ਦੀਆਂ ਨੌਕਰੀਆਂ 'ਚ ਗਿਣਤੀ ਵਧੇ। ਤੇ ਜਿਵੇਂ ਬਾਕੀ ਸਟੇਟਾਂ ਨੇ ਅਲਟਰਨੇਟ ਰੂਟ ਦੇ ਥਰੂ ਆਪੋ ਆਪਣੀਆਂ ਸਟੇਟਾਂ ਦੇ ਬੱਚਿਆਂ ਨੂੰ ਵੱਧ ਨੌਕਰੀਆਂ ਦੇ ਅਧਿਕਾਰ ਦਿੱਤੇ ਆ, ਅਸੀਂ ਕਿਵੇਂ ਕਰੀਏ? ਅਸੀਂ ਜਿਹੜਾ ਸੁਝਾਅ ਆਪ ਦਿੰਦੇ ਆ ਨਾ, ਅਸੀਂ ਆਪ ਆਸ ਦੇ ਰਹੇ ਹਾਂ ਰੈਜ਼ੀਡੈਂਸ ਸਰਟੀਫਿਕੇਟ ਦਾ, ਉਹਦਾ ਤੇ ਕੋਈ ਗਰਾਊਂਡ ਹੀ ਨਹੀਂ ਬਣਦਾ। ਇਹਦੇ ਨਾਲ ਕੀ ਆ, ਸਾਡੇ ਇਹੋ ਜਿਹੇ ਮੁੱਦੇ ਖਤਮ ਹੋ ਜਾਣਗੇ ਕਿ ਅਸੀਂ ਕਰਪਸ਼ਨ ਤੇ, ਕਿਉਂਕਿ ਉਹ ਕਹਿਣਗੇ ਜਦੋਂ ਤੁਹਾਨੂੰ ਗਰਾਊਂਡ ਹੀ ਨਹੀਂ ਪਤਾ, ਜੇ ਤੁਸੀਂ ਇਸ ਗਰਾਊਂਡ ਤੇ ਗਲਤ ਹੋ ਫਿਰ ਤੁਸੀਂ ਇਹਦੇ ਤੇ ਵੀ ਗਲਤ ਹੋ, ਇਹਦੇ ਤੇ ਵੀ, ਸਾਨੂੰ ਬਾਕੀ ਸੱਚੇ ਸੁੱਚੇ ਮੁੱਦਿਆਂ ਤੇ ਵੀ ਝੂਠੇ ਪਾ ਦੇਣਗੇ। ਆਖਰ ਜਿਨ੍ਹਾਂ ਨੇ ਇਨਸਾਫ ਨਹੀਂ ਦੇਣਾ ਹੁੰਦਾ ਨਾ, ਜਿਨ੍ਹਾਂ ਨੂੰ ਅਸੀਂ ਸਰਕਾਰ ਕਹਿੰਦੇ ਆ ਜਾਂ ਸਟੇਟ ਕਹਿੰਦੇ ਆ, ਉਹ ਤੁਹਾਡੀਆਂ 4 ਗੱਲਾਂ 'ਚੋਂ ਇੱਕ ਗਲਤ ਗੱਲ ਲੱਭ ਕੇ ਨਾ ਉਹਨੂੰ ਆਧਾਰ ਮੰਨ ਕੇ ਤੁਹਾਨੂੰ ਸਾਰੀਆਂ ਜੱਜਾਂ ਤੇ ਗਲਤ ਸਾਬਤ ਕਰ ਦਿੰਦੀ ਹੈ। ਸੋ ਸਿਆਣੇ ਬਣੋ, ਸਿਆਣੇ ਮੈਂਟਰ ਨੂੰ ਅੱਗੇ ਲਾਓ ਜਿਹੜਾ ਤੁਹਾਨੂੰ ਵਧੀਆ ਗਾਈਡ ਕਰ ਸਕੇ। ਆਪਣੇ ਐਡਵਾਈਜ਼ਰ ਵੱਖਰੇ ਰੱਖੋ। ਮੈਂ ਚਾਹੁੰਦਾ ਕਿ ਕਰਪਸ਼ਨ ਦੇ ਖਿਲਾਫ ਤੁਸੀਂ ਇੱਕ ਫਰੰਟ ਬਣਾਓ, ਉਸ ਫਰੰਟ 'ਚ ਸਿਆਣੇ ਲੋਕਾਂ ਦੀ ਸਲਾਹ ਲਓ। ਤੁਹਾਡੇ 'ਚ ਬਹੁਤ ਅਵੇਅਰ ਬੱਚੇ ਵੀ ਹੋਣਗੇ, ਬਹੁਤ ਇੰਟੈਲੈਕਚੁਅਲੀ ਜਿਹੜੇ ਹਾਈ-ਫਾਈ ਬੱਚੇ ਆ, ਫਿਰ ਉਸ ਤੋਂ ਬਾਅਦ ਸਟਰਗਲ ਕਰਨ ਵਾਲੀ ਟੀਮ ਅੱਡ ਹੁੰਦੀ ਆ। ਪੂਰਾ ਪੰਜਾਬ ਦੇ ਇੰਨਾ ਯੂਥ ਆ, ਕਿਉਂ ਨਹੀਂ ਕਰ ਸਕਦੇ ਤੁਸੀਂ? ਖੈਰ, ਇਹ ਤਾਂ ਜਸਟ ਇਹ ਮੁੱਦਾ ਸੀਗਾ ਕਿ ਜੇ ਤੁਸੀਂ ਇਸ ਚੀਜ਼ ਨੂੰ ਇੱਕ ਚੰਗੇ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਹੋ ਨਾ, ਇਸ ਮੰਗ ਨੂੰ ਤੇ ਟਰਾਂਸਪੇਰੈਂਸੀ ਨੂੰ, ਤਾਂ ਘੱਟੋ ਘੱਟ ਸਰਕਾਰ ਦੇ ਅੱਗੇ ਕੁਝ ਮੰਗਾਂ ਜਿਹੜੀਆਂ ਨੇ ਨਾ, ਉਹ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ। ਉਦਾਹਰਨ ਦੇ ਤੌਰ ਤੇ ਸਾਡੀਆਂ ਮੰਗਾਂ ਕੀ ਹੋਣੀਆਂ ਚਾਹੀਦੀਆਂ ਕਿ ਅਸੀਂ ਪੰਜਾਬ ਦੇ ਵਿੱਚ ਟਰਾਂਸਪੇਰੈਂਸੀ ਚਾਹੁੰਦੇ ਆ। ਸਾਨੂੰ ਪਤਾ ਹੋਵੇ ਕਿ PPSC ਤੇ PSSS ਵੀ ਜਦੋਂ ਕੋਈ ਪੇਪਰ ਸੈੱਟ ਕਰ ਰਹੀ ਆ, ਤਾਂ ਆਖਰ ਪ੍ਰੋਪਰ ਜਿਹੜਾ ਪਤਾ ਸਾਨੂੰ ਹੋਣਾ ਚਾਹੀਦਾ ਹੈ, ਜਿਹੜੀ ਵੀ ਚੀਜ਼ ਆ ਉਹ ਪਬਲਿਕ ਡੋਮੇਨ 'ਚ ਹੋਵੇ ਕਿ ਕਿਵੇਂ ਏਜੰਸੀ ਕੌਣ ਪੇਪਰ ਸੈੱਟ ਕਰ ਰਹੀ ਹੈ। ਠੀਕ ਆ, ਸਭ ਕੁਝ ਜੋ ਚੀਜ਼ ਪਬਲਿਕ ਡੋਮੇਨ 'ਚ ਹੋਣੀ ਚਾਹੀਦੀ ਆ, ਉਹ ਸਭ ਨੂੰ ਪਤਾ ਹੋਵੇ। ਇਹ ਨਾ ਹੋਵੇ ਕਿ ਉਹ ਪਾਰਸ਼ਲੀ ਅੱਧਿਆਂ ਨੂੰ ਪਤਾ ਹੋਵੇ, ਅੱਧਿਆਂ ਨੂੰ ਨਾ। ਜੋ ਪਤਾ ਹੋਵੇ ਸਭ ਨੂੰ, ਜੋ ਨਹੀਂ ਪਤਾ ਹੋਣ ਵਾਲੀ ਚੀਜ਼ ਉਹ ਕਿਸੇ ਨੂੰ ਨਾ ਪਤਾ ਹੋਵੇ। ਦੂਜੀ ਗੱਲ, ਪੰਜਾਬ ਦੇ ਵਿੱਚ ਪੰਜਾਬ ਵਾਲੇ ਰੈਜ਼ੀਡੈਂਟਸ ਜਿਹੜੇ ਆ, ਉਹਨਾਂ ਦਾ ਫਾਇਦਾ ਕਿਵੇਂ ਹੋਵੇ, ਉਹਨਾਂ ਦੇ ਫਾਇਦੇ ਵਾਸਤੇ ਸਾਨੂੰ ਇੱਕ ਚੀਜ਼ ਦੀ ਸਭ ਤੋਂ ਵੱਧ ਮੰਗ ਕਰਨੀ ਚਾਹੀਦੀ ਹੈ ਕਿ ਅਸੀਂ ਕਿਵੇਂ ਰੈਜ਼ੀਡੈਂਸ ਸਰਟੀਫਿਕੇਟ ਕਨਸਟੀਟਿਊਸ਼ਨਲੀ ਸੰਵਿਧਾਨਕ ਤੌਰ ਤੇ ਠੀਕ ਨਹੀਂਗਾ, ਇਹਦਾ ਕਿਹੜਾ ਅਲਟਰਨੇਟ ਦੂਜਾ ਰੂਟ ਲੱਭੀਏ। ਜਿਹੜੇ ਕਿ ਬੜੇ ਹੁੰਦੇ ਆ, ਕਿਸੇ ਸਿਆਣੇ ਕੋ ਬਹੁ, ਸਾਰੇ ਦੱਸ ਦੂਗਾ ਤੁਹਾਨੂੰ ਕਿ ਕਿਹੜੇ ਤਰੀਕੇ ਨਾਲ ਸਰਕਾਰ ਨੂੰ ਕਹੀਏ ਤੋਂ ਇੰਪਲੀਮੈਂਟ ਕਰੇ। 50 ਤਰੀਕੇ ਹੁੰਦੇ ਆ ਕਿ ਸੰਵਿਧਾਨ ਦੇ ਵਿੱਚ ਜਿਹੜਾ ਲੂਪ ਹੋਲ ਹੈਗੇ ਆ, ਉਹਦੀ ਹੈਲਪ ਲੈ ਕੇ ਕਿਵੇਂ ਪੰਜਾਬ 'ਚ ਪੰਜਾਬੀਆਂ ਨੂੰ ਵੱਧ ਫਾਇਦਾ ਦਿਵਾਇਆ ਜਾ ਸਕਦਾ ਹੈ। ਪੰਜਾਬੀ ਮਤਲਬ ਜੋ ਪੰਜਾਬ ਦੇ ਰੈਜ਼ੀਡੈਂਟ ਨੇ, ਪੰਜਾਬ ਦੇ ਬਸ਼ਿੰਦੇ ਨੇ। ਇਸ ਤੋਂ ਬਿਨਾਂ
ਏਜੰਸੀਆਂ ਦਾ ਪਤਾ ਹੋਵੇ ਕਲੀਅਰ, ਸਾਨੂੰ ਸਾਰਿਆਂ ਨੂੰ ਪੂਰੀ ਜਾਣਕਾਰੀ ਹੋਵੇ। ਉਸ ਤੋਂ ਬਾਅਦ ਤੀਸਰੀ ਚੀਜ਼ ਦੀ ਜਿਹੜੀ ਸਾਨੂੰ ਜਾਇਜ਼ ਤਰੀਕੇ ਨਾਲ ਮੰਗ ਕਰਨੀ ਚਾਹੀਦੀ ਆ, ਉਹ ਹੈਗਾ ਜੀ ਕੈਲੰਡਰ। ਸਾਨੂੰ PPSC ਤੇ PSSB ਦਾ ਪ੍ਰੋਪਰ ਕੈਲੰਡਰ ਚਾਹੀਦਾ ਹੈ। ਚਾਹੇ ਸਾਲ 'ਚ ਪੇਪਰ 3 ਲਓ, 2 ਲਓ, 4 ਲਓ, 5 ਲਓ, ਪਰ ਪ੍ਰੋਪਰ ਕੈਲੰਡਰ ਹੋਵੇ। ਸਾਨੂੰ ਪਤਾ ਹੋਵੇ ਕਿ ਕਿਹੜਾ ਪੇਪਰ ਕਦੋਂ ਆਉਣਾ ਹੈ। ਤੁਹਾਨੂੰ ਪਤਾ ਅਸੀਂ ਇੱਕ ਪੇਪਰ ਦੀ ਤਿਆਰੀ ਕਰਕੇ ਬੰਦ ਕਰ ਦਿੰਦੇ ਆ, ਫਿਰ ਨਵੇਂ ਦੀ ਸ਼ੁਰੂ ਕਰਦੇ ਆ। ਆਖਰ ਸਾਨੂੰ ਸ਼ੁਰੂ 'ਚ ਹੀ ਪਤਾ ਹੋਵੇ ਕਿ ਮੈਂ ਫਲਾਣੇ ਪੇਪਰ ਦੀ ਸੈਂਟਰ ਦੀ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ UPSC ਨੂੰ ਜਾਣਾ ਹੈ ਤੇ ਮੈਂ ਜੂਨ ਦੇ ਮਹੀਨੇ 'ਚ ਪੇਪਰ ਦੇਣਾ ਹੈ। ਮੈਂ SSC ਨੂੰ ਜਾਣਾ ਹੈ, ਉਹਦਾ ਕੈਲੰਡਰ ਆ ਗਿਆ, SSC ਦੇ ਪੇਪਰ ਐਵੇਂ ਹੋਣਗੇ। ਸਾਨੂੰ ਪਤਾ ਹੀ ਨਹੀਂ। ਉਹਨਾਂ ਦੇ SSC ਤੇ UPSC ਦੇ ਪੇਪਰ ਦੇ ਲੈਵਲ ਅੱਡ-ਅੱਡ ਨੇ, ਉਹ ਉਸ ਹਿਸਾਬ ਨਾਲ ਤਿਆਰ ਕਰਦੇ ਆ। ਸਾਡੇ ਕੋਲ ਕੋਈ ਕੈਲੰਡਰ ਨਹੀਂ, ਅਸੀਂ ਵਿੱਚ ਹੀ PPSC ਦਾ ਤਿਆਰ ਕਰੇ ਜਾਂਦੇ, ਵਿੱਚ ਹੀ PSSB ਦੀ। ਉੱਪਰੋਂ ਇੰਸਟੀਟਿਊਟ ਵੀ ਇਹੋ ਜਿਹੇ ਸਿਆਣੇ ਆ, ਉਸੇ ਕੋਰਸ ਤੇ PPSC ਲਿਖ ਦਿੰਦੇ, ਉਸੇ ਤੇ PSSB। ਬਈ ਤੁਸੀਂ ਇਸ ਚੀਜ਼ ਨਾਲ ਇਸ ਚੀਜ਼ ਨੂੰ ਦੱਸੋ ਕਿ ਆ PSSB ਦੀ ਤਿਆਰੀ ਆ PPSC ਦੀ ਤਿਆਰੀ 'ਚ PSSB ਦੀ ਤਿਆਰੀ ਹੋ ਸਕਦੀ ਹੈ। ਹਾਂ, ਪਰ PSSB ਕੋਰਸ ਤੇ PPSC ਲਿਖ ਕੇ ਤਿਆਰੀ ਨਹੀਂ ਕਰਾਈ ਜਾ ਸਕਦੀ। ਸੋ ਬਹੁਤ ਚੀਜ਼ਾਂ ਨੇ, ਇਹ ਸਾਡੀਆਂ ਮੰਗਾਂ ਸਰਕਾਰ ਕੋਲੋਂ ਹੋਣੀਆਂ ਚਾਹੀਦੀਆਂ। ਇਹ ਕੁਝ ਜਾਇਜ਼ ਮੰਗਾਂ ਨੇ। ਇਹ ਸਭ ਕੁਝ ਜੇ ਸਾਡੇ ਨਾਲ ਨਹੀਂ ਹੋ ਰਿਹਾ ਨਾ, ਤਾਂ ਓਵਰਆਲ ਅਸੀਂ ਕਰਪਸ਼ਨ ਦਾ ਸ਼ਿਕਾਰ ਹੋ ਰਹੇ ਹਾਂ। ਤੇ ਕੌਣ ਕਰਪਟ ਆ? ਇਹ ਸਰਕਾਰ ਨਹੀਂ, ਇਹ ਸਿਸਟਮ ਨਹੀਂ, ਇਹ ਆਲਾ ਦੁਆਲਾ ਸਾਡਾ ਸਾਰਾ ਭ੍ਰਸ਼ਟ ਆ, ਜਿਹਦੇ ਅਸੀਂ ਵਿਕਟਮ ਆ। ਸੋ ਸਾਨੂੰ ਬੜੇ ਤਰੀਕੇ ਨਾਲ ਆਪਣੀ ਮੰਗ ਨੂੰ, ਜੇ ਮੈਂ ਦੇਖ ਰਿਹਾ ਸੀ WhatsApp ਦੇ ਥਰੂ ਬਹੁਤ ਜ਼ਿਆਦਾ ਮੈਸੇजेस ਮੈਨੂੰ ਵੀ ਆ ਰਹੇ ਸੀ ਕਿ ਇਹਨੂੰ ਸ਼ੇਅਰ ਕਰੋ। ਮੈਂ ਕਹਿੰਦਾ ਸ਼ੇਅਰ ਤਾਂ ਠੀਕ ਆ, ਤੁਸੀਂ ਕਹਿਤਾ 4 ਜਣਿਆਂ ਨੂੰ ਮੈਂ ਅੱਗੇ ਸ਼ੇਅਰ ਕਰ ਦੂੰਗਾ, ਪਰ ਮੇਰਾ ਵੀਡੀਓ ਬਣਾਉਣ ਦਾ ਵੈਸੇ ਕਦੀ ਵੀ ਅੱਜ ਤੱਕ ਮੈਂ ਕਦੀ ਇਹੋ ਜਿਹਾ ਕੋਈ ਲੈਕਚਰ ਜਾਂ ਭਾਸ਼ਣ ਨਹੀਂ ਦਿੱਤਾ, ਤੇ ਮੈਨੂੰ ਇਹਨਾਂ ਚੀਜ਼ਾਂ ਦਾ ਹਿਸਾਬ ਕਿਤਾਬ ਵੀ ਹੈ ਨਹੀਂ। ਪਰ ਮੈਂ ਚਾਹੁੰਦਾ, ਅੱਜ ਪਹਿਲੀ ਵਾਰ ਬੋਲਿਆ ਮੈਂ ਇਸ ਮੁੱਦੇ ਤੇ ਕਿ ਬਈ ਹਾਂ, ਜੇ ਤੁਸੀਂ ਜੈਨੂਅਨ ਚਾਹੁੰਦੇ ਹੋ ਨਾ, ਤਾਂ ਪ੍ਰੋਪਰ ਤਰੀਕੇ ਨਾਲ ਆਪਣਾ ਇੱਕ ਸਿਸਟਮ ਤਿਆਰ ਕਰੋ। ਤਾਂ ਜੋ ਦੇਖੋ, ਸਰਕਾਰ ਨੇ ਆਉਂਦੇ ਸਾਰ ਇੱਕ ਇਸ਼ਾਰਾ ਕਰਤਾ, ਪੁਰਾਣੀਆਂ ਭਰਤੀਆਂ ਸਰਕਾਰ ਸਿਰੇ ਲਾ ਰਹੀ ਸੀ, ਪੁਰਾਣੇ ਜੁਆਇਨ ਕਰਾਤੇ, ਨਵਿਆਂ ਦੇ ਪੇਪਰ ਲੈ ਰਹੀ ਹੈ। ਇਟ ਮੀਨਸ ਸਰਕਾਰ ਦੀ ਮਨਸ਼ਾ ਤੇ ਇਸ ਟਾਈਮ ਇਹ ਸ਼ੱਕ ਕਰਨਾ ਕਿ ਗੜਬੜ ਉਹਨਾਂ ਨੇ ਕੀਤੀ ਹੈ। ਉਸ ਵੇਲੇ ਤਾਂ ਇਹ ਬਹੁਤ ਮੂਰਖਤਾ ਭਰਿਆ ਗੱਲ ਆ, ਜਿਸ ਵੇਲੇ ਸਰਕਾਰ ਪੇਪਰ ਲੈ ਲੈ ਕੇ ਤੁਹਾਨੂੰ ਭਰਤੀ ਕਰ ਰਹੀ ਹੈ। ਮੰਨ ਲਓ ਸਰਕਾਰ ਇਸ ਟਾਈਮ ਤੱਕ ਸਿਰਫ ਲਾਰੇ ਹੀ ਲਾਉਂਦੀ, ਪੁਰਾਣੀਆਂ ਭਰਤੀਆਂ ਨੂੰ ਸਿਰੇ ਨਾ ਚੜ੍ਹਦੀ, ਤਾਂ ਸਿੱਧਾ ਸ਼ੱਕ ਸਰਕਾਰ ਤੇ ਜਾਂਦਾ। ਇਹਦਾ ਮਤਲਬ ਕੁਛ ਗੰਦੀਆਂ ਭੇਡਾਂ ਨੇ ਵਿੱਚ ਕੁਛ ਕੁ ਚੁਣਵੀਆਂ, ਜਿਹੜੀਆਂ ਸਰਕਾਰ ਨੂੰ ਇਸ ਐਂਗਲ ਤੋਂ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਸਰਕਾਰ ਚੰਗੀ ਹੈ ਜਾਂ ਮਾੜੀ ਹੈ, ਬਾਕੀ ਮਸਲਿਆਂ ਤੇ ਇਹ ਸਰਕਾਰ ਪਾਸ ਆ ਕਿ ਫੇਲ ਆ, ਮੈਂ ਸਰਟੀਫਿਕੇਟ ਨਹੀਂ ਵੰਡ ਰਿਹਾ। ਮੈਂ ਤਾਂ ਪਿਛਲੇ 6 ਮਹੀਨਿਆਂ ਤੋਂ ਇਸ ਸਰਕਾਰ ਨੇ ਜੋ ਜੁਆਇਨਿੰਗ ਲੈਟਰ ਦਿੱਤੇ ਆ, ਤੇ ਪੁਰਾਣੀਆਂ ਸਰਕਾਰਾਂ ਦੇ ਅਟਕੇ ਹੋਏ ਬੱਚੇ ਲਵਾਤੇ ਕਿਤੇ, ਜਿਵੇਂ ਪੁਰਾਣੀਆਂ ਸਰਕਾਰਾਂ ਵੇਲੇ ਐਵੇਂ ਨਹੀਂ ਦੇਖਿਆ ਗਿਆ, ਬਹੁਤ ਰੇਅਰ ਦੇਖਿਆ ਗਿਆ ਕਿ 1.5 ਸਾਲ ਬਾਅਦ ਬੱਚੇ ਜਿਹੜੇ ਆ ਜੀ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਜੁਆਇਨ ਕਰਦੇ ਰਹੇ ਆ। ਇਹ 2017 ਚ ਵੀ ਦੇਖ ਲਓ ਤੁਸੀਂ, ਭਾਵੇਂ ਚਲੋ 2012 ਤੋਂ ਬਾਅਦ ਨਹੀਂ ਕੋਈ ਸਰਕਾਰ ਰਿਪੀਟ ਕਰ ਗਈ ਸੀ, ਪਰ ਇਸ ਤਰੀਕੇ ਨਾਲ ਹੁੰਦਾ ਰਿਹਾ। 2007 ਚ ਵੀ ਐਵੇਂ ਹੋਇਆ। ਖੈਰ, ਇਸ ਸਰਕਾਰ ਦੀ ਮਨਸ਼ਾ ਤੇ ਉਸ ਵੇਲੇ ਤਾਂ ਸ਼ੱਕ ਨਹੀਂ ਕਰਨਾ ਚਾਹੀਦਾ, ਪਰ ਹਾਂ, ਜੇ ਮਨਸ਼ਾ ਸਾਫ਼ ਆ ਤੇ ਗੜਬੜ ਹੋਈ ਆ, ਤੇ ਫਿਰ ਉਸ ਗੜਬੜ ਦਾ ਇਲਾਜ ਵੀ ਫਿਰ ਉਸ ਸਾਫ਼ ਮਨਸ਼ਾ ਵਾਲੀ ਸਰਕਾਰ ਤੋਂ ਸਾਨੂੰ ਚਾਹੀਦਾ ਫਿਰ ਹੁਣ। ਬਿਕੋਜ਼ ਇੱਕ ਬਹੁਤ ਵੱਡੇ ਪੱਧਰ ਦਾ ਪੇਪਰ ਸੀ, ਤੇ ਇਸ ਕੋਈ ਇਹ ਨਾ ਕਹਿ ਦੇ ਕਿ PSSB ਵਾਲਾ ਕਿ ਮਤਲਬ ਕਿ ਸਾਡੇ ਤੇ ਗਾਚ ਨਹੀਂ ਡਿੱਗੂਗੀ, ਇਹ ਤਾਂ PPSC ਵਾਲਿਆਂ ਨਾਲ ਹੋਇਆ, ਸਾਡੇ ਨਾਲ ਨਹੀਂ ਹੋਇਆ। ਯਾਦ ਰੱਖਿਓ, ਨਿਮੋਲਰ ਸਾਹਿਬ ਇੱਕ ਗੱਲ ਕਹਿ ਕੇ ਗਏ ਸੀ ਕਿ ਪਹਿਲਾਂ ਉਹ ਕਾਮਰੇਡਾਂ ਲਈ ਆਏ, ਮੈਂ ਨਹੀਂ ਗਿਆ ਕਿਉਂਕਿ ਮੈਂ ਕਾਮਰੇਡ ਨਹੀਂ ਸੀ। ਫਿਰ ਉਹ ਧਰਮੀਆਂ ਲਈ ਆਏ, ਮੈਂ ਨਹੀਂ ਗਿਆ ਕਿਉਂਕਿ ਮੈਂ ਧਰਮੀ ਵੀ ਨਹੀਂ ਸੀ। ਫਿਰ ਉਹ ਮਜ਼ਦੂਰਾਂ ਲਈ ਆਏ, ਮੈਂ ਨਹੀਂ ਗਿਆ ਕਿਉਂਕਿ ਮੈਂ ਮਜ਼ਦੂਰ ਵੀ ਨਹੀਂ ਸੀ। ਫਿਰ ਉਹ ਮੇਰੇ ਲਈ ਆਏ ਤੇ ਮੇਰੇ ਨਾਲ ਜਾਣ ਲਈ ਕੋਈ ਬਚਿਆ ਹੀ ਨਹੀਂ। ਸੋ ਫਿਰ ਉਹ ਗੱਲਾਂ ਨਾ ਕਿਤੇ ਸੱਚ ਸਾਬਤ ਹੋ ਜੇ। ਅੱਜ ਤੁਹਾਡੇ ਕੋਲ ਮੌਕਾ ਹੈ ਇਕੱਠੇ ਹੋਣ ਦਾ, ਇੱਕੋ ਪਲੇਟਫਾਰਮ ਤੋਂ ਇਸ ਚੀਜ਼ ਨੂੰ ਪ੍ਰਸ਼ਾਸਨ ਦੇ ਸਾਹਮਣੇ ਰੱਖਣ ਦਾ, PPSC ਦੇ ਸਾਹਮਣੇ ਰੱਖਣ ਦਾ ਕਿ ਖੁੱਲ੍ਹ ਕੇ ਗੱਲ ਕਰੋ। ਤੇ ਅੱਜ ਮੁੱਦਾ ਇਹ ਆ ਕਿ ਖੁੱਲ੍ਹ ਕੇ ਹਰ ਇੱਕ ਉਸ ਮੁੱਦੇ ਤੇ ਗੱਲ ਕਰੋ। ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਇਹਨਾਂ ਮੁੱਦਿਆਂ ਦਾ ਪਤਾ ਨਹੀਂ? ਜਦੋਂ ਇਹ ਸਰਕਾਰ ਓਪੋਜੀਸ਼ਨ 'ਚ ਸੀ, ਉਹਨਾਂ ਨੂੰ ਸਾਰਾ ਪਤਾ ਸੀ ਇਹਨਾਂ ਮੁੱਦਿਆਂ ਦਾ, ਤੇ ਅੱਜ ਵੀ ਪਤਾ ਹੈ। ਤੇ ਮੇਰੀ ਪੂਰੀ ਉਮੀਦ ਆ ਕਿ ਸਰਕਾਰ ਇਹਨਾਂ ਮੁੱਦਿਆਂ ਤੇ ਐਸਪੀਰੈਂਟਸ ਨਾਲ ਗੱਲ ਕਰੂਗੀ, ਤੇ ਕਰਨੀ ਬਣਦੀ ਵੀ ਆ। ਤੇ ਸਰਕਾਰ ਨਾਲ ਸ਼ੱਕ ਕਰਕੇ ਸਰਕਾਰ ਨਾਲ ਗੱਲ ਨਾ ਕਰੋ, ਸਰਕਾਰ ਨਾਲ ਖੁੱਲ੍ਹ ਕੇ ਗੱਲ ਕਰੋ, ਤਾਂ ਜੋ ਸਰਕਾਰ ਤੁਹਾਡੀ ਗੱਲ ਨੂੰ ਸੁਣ ਸਕੇ। ਇੱਕ ਐਸਪੀਰੈਂਟ ਦੇ ਵੱਲੋਂ ਮੈਂ ਕਹਿ ਸਕਦਾ ਕਿ ਸਰਕਾਰ ਉਹਦਾ ਜ਼ਿਆਦਾ ਪੱਖ ਲਊਗੀ ਐਜ਼ ਕੰਪੇਅਰ ਟੂ ਇੰਸਟੀਟਿਊਟ। ਇਹਨਾਂ ਨੇ ਤਾਂ ਫੇਰ ਵਿੱਚ ਆਪਣੀ ਬ੍ਰੈਂਡਿੰਗ ਕਰਨੀ ਆ। ਸਾਨੂੰ ਸਾਈਡ ਤੇ ਕਰ ਦਿਓ, ਜਿਹੜੇ ਇੰਸਟੀਟਿਊਟਾਂ ਵਾਲੇ ਆ ਇਹਨਾਂ ਨੂੰ ਸਾਈਡ ਤੇ ਕਰ ਦਿਓ। ਬੱਚੇ ਆਪਣੇ ਹੱਕ ਆਪ ਮੰਗਣ, ਕਿਉਂਕਿ ਜਿਨ੍ਹਾਂ ਦੇ ਹੱਕ ਖੋਏ ਜਾਂਦੇ ਆ ਨਾ, ਜਦੋਂ ਉਹ ਆਪਣਾ ਹੱਕ ਮੰਗਦਾ ਹੈ ਤਾਂ ਜਿਹੜੇ ਅੰਦਰੋਂ ਜਜ਼ਬਾਤ ਉਹਦੇ ਨਿਕਲਦੇ ਆ,
ਉਹਦੀ ਅਗਵਾਈ ਕਰਨ ਵਾਲਾ ਜੇ ਕੋਈ ਇੰਸਟੀਟਿਊਟ ਆ ਨਾ ਤਾਂ ਸ਼ਾਇਦ ਉਹ ਹਮੇਸ਼ਾ ਵਿੱਚ ਆਪਣਾ ਫਾਇਦਾ ਸੋਚ ਕੇ ਚੱਲੂਗਾ। ਸੋ ਬੇਝਿਜਕ ਕਿਸੇ ਵੀ ਸਿਆਣੇ ਬੰਦੇ ਤੋਂ ਤੁਹਾਨੂੰ ਲੱਗਦਾ ਹੈ ਕਿ ਸਲਾਹ ਲੈਣੀ ਆ ਤਾਂ ਤੁਸੀਂ ਜ਼ਰੂਰ ਆਪਣੇ ਚੋਂ ਟੀਮ ਚੰਗੀ ਰੱਖੋ। ਜੇ ਮੇਰੇ ਵਰਗਾ ਨਾਕਾਬਲ ਬੰਦਾ ਤੁਹਾਨੂੰ ਲੱਗਦਾ ਕਿ ਕਿਸੇ ਕੰਮ ਆ ਸਕਦਾ ਹੈ ਤਾਂ ਬਹੁਤਾ ਮੇਰਾ ਨੰਬਰ WhatsApp ਨੰਬਰ ਆ ਜਿਹੜਾ ਪਬਲਿਕ ਡੋਮੇਨ 'ਚ ਹੈਗਾ ਹੀ ਆ। ਮੇਰੇ ਵਰਗੇ ਨਾ ਚੀਜ਼ ਤੋਂ ਜੇ ਕੋਈ ਸਲਾਹ ਲੈਣੀ ਆ ਤਾਂ ਲੈ ਸਕਦੇ ਹੋ। ਖੈਰ ਹੁਣ ਮੈਂ ਥੋੜਾ ਜਿਹਾ ਨਾ ਆਪਣੇ ਪਰਪਸ ਜਿਸ ਵਾਸਤੇ ਮੈਂ ਵੀਡੀਓ ਬਣਾ ਰਿਹਾ ਸੀਗਾ ਉਹਦੇ ਤੇ ਆਉਣਾ। ਜਿਹੜੇ ਨਾਇਬ ਤਹਿਸੀਲਦਾਰ ਦੇ ਪੇਪਰ ਨੂੰ ਲੈ ਕੇ ਇਸ਼ੂਜ਼ ਨੂੰ ਲੈ ਕੇ ਇਸ ਵੀਡੀਓ ਨੂੰ ਦੇਖ ਰਹੇ ਸੀ ਉਹ ਇੱਥੇ ਸਵਿਚ ਕਰ ਸਕਦੇ ਆ। ਕਹਾਣੀ ਆ PPSC ਦਾ ਜਿਹੜਾ ਪ੍ਰਮੋਸ਼ਨ ਦਾ ਪੇਪਰ ਹੁੰਦਾ ਜਿਹਨੂੰ ਲੈ ਕੇ PPSC ਜਿਹਦੇ ਨੂੰ ਲੈ ਕੇ ਸਾਡੇ ਸਕੂਲਾਂ ਦੇ ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲ, ਕੋਆਪਰੇਟਿਵ ਇੰਸਪੈਕਟਰ ਤੇ ਹੋਰ ਮਹਿਕਮਿਆਂ ਦੇ ਗਰੁੱਪ A ਤੇ B ਦੇ ਅਦਾਰਿਆਂ ਦੇ ਪੇਪਰ, ਪੰਜਾਬ ਪੁਲਿਸ ਦੇ ਇੰਸਪੈਕਟਰ, ਜੇਲ੍ਹਾਂ ਦੇ DSPs, ਇਹ ਸਾਰੇ ਪੇਪਰ ਦੇ ਸਕਦੇ ਆ। ਇਹ PCS ਪ੍ਰਮੋਸ਼ਨ ਦਾ ਪੇਪਰ ਲੈਂਦੀ ਹੈ। ਆਖਰ PCS ਦੇ ਪ੍ਰਮੋਸ਼ਨ ਦੇ ਪੇਪਰ ਨੂੰ ਲੈ ਕੇ ਰੂਲਸ ਕੀ ਨੇ? ਇਹ ਕਹਿੰਦੇ ਆ ਕਿ ਇਹ ਪੇਪਰ ਨੂੰ ਕਹਿੰਦੇ ਆ ਐਗਜ਼ੈਕਟਿਵ ਬ੍ਰਾਂਚ ਦਾ ਪੇਪਰ, ਜਿਹੜਾ ਕਿ ਜਿਹਦੇ ਵਾਸਤੇ ਕਿ ਤੁਹਾਡੀ ਹਜੇ ਤੱਕ ਦਾ ਜੋ ਰੂਲ ਕਹਿੰਦਾ ਹੈ 8 ਸਾਲ ਦੀ ਸਰਕਾਰੀ ਸਰਵਿਸ, ਮੌਕੇ ਤੇ ਗਰੁੱਪ A ਗਰੁੱਪ B ਤਾਂ ਤੁਸੀਂ 44 ਸਾਲ ਤੋਂ ਤੁਹਾਡੀ ਜਿਹੜੀ ਉਮਰ 54 ਸਾਲ ਤੋਂ ਤੁਹਾਡੀ ਉਮਰ ਜਿਹੜੀ ਆ ਜਿਹੜੇ ਸਾਲ ਪੇਪਰ ਆਇਆ ਉਸ ਤੋਂ ਪਿਛਲੇ ਸਾਲ ਦੀ 1 ਨਵੰਬਰ ਤੋਂ ਉਸ ਤੋਂ ਘੱਟ ਹੋਣੀ ਚਾਹੀਦੀ ਆ। ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ। ਇਹ ਪਿਛਲੇ ਸਾਲ ਦੀ ਫੋਟੋ ਆ ਅਖਬਾਰ ਦੀ, ਇਹ ਬਾਬੂ ਸ਼ਾਹੀ ਦੀ, ਜਿਹਦੇ ਅਕੋਰਡਿੰਗ ਜਿਸ ਚੋਂ ਇਹ ਕਿਹਾ ਗਿਆ ਸੀ ਕਿ ਜੀ ਜਿਹੜੀਆਂ ਭਰਤੀਆਂ ਇਸ ਸਾਲ ਪਿਛਲੇ ਸਾਲ ਵਾਲੀਆਂ ਜਿਹੜੀਆਂ ਰੁਕ ਗਈਆਂ ਤੇ ਹੁਣ ਆਉਣਗੀਆਂ, ਜਿਨ੍ਹਾਂ ਚੋਂ ਕਹਿੰਦੇ 21 ਪੋਸਟਾਂ ਦਾ ਰਜਿਸਟਰ A2 ਦੀਆਂ, 5 ਪੋਸਟਾਂ ਰਜਿਸਟਰ C ਦੀਆਂ, ਇਹ ਵੱਧ ਘੱਟ ਵੀ ਸਕਦੀਆਂ ਹੁਣ। ਇਸ ਤੋਂ ਬਿਨਾ 18 ਪੋਸਟਾਂ ਰਜਿਸਟਰ A1 ਦੀਆਂ ਤੇ 4 ਪੋਸਟਾਂ ਰਜਿਸਟਰ A3 ਦੀਆਂ ਤੇ 2 ਪੋਸਟਾਂ ਰਜਿਸਟਰ A3 ਦੇ 2 ਪੋਸਟਾਂ ਰਜਿਸਟਰ A3 ਦੀਆਂ ਆਏ। ਹੁਣ ਤੁਹਾਨੂੰ ਇਹੀ ਨਹੀਂ ਪਤਾ ਕਿ ਰਜਿਸਟਰ ਹੁੰਦੇ ਕੀ ਆ। ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਇਹ ਕਲੀਅਰ ਕਰਾ ਦਾਂ ਕਿ ਪੰਜਾਬ ਦੇ ਜਿਹੜੇ ਸਿਵਲ ਸਰਵਿਸ ਰੂਲਸ ਆ ਨਾ ਉਹ ਕੀ ਕਹਿੰਦੇ ਆ। ਹੁਣ ਬੜੇ ਧਿਆਨ ਨਾਲ ਸੁਣਿਓ ਕਿ ਕਿਹੜਾ ਬੰਦਾ ਐਲੀਜੀਬਲ ਆ ਤੇ ਕਿਹੜਾ ਨਹੀਂ। ਇਹ ਬਹੁਤ ਸਟੋਰੀ ਘੈਂਟ ਆ। ਜਿਹੜੇ ਐਲੀਜੀਬਿਲਟੀ ਵਾਲੀ ਸਟੋਰੀ ਆ ਨਾ ਇਹਨੂੰ ਸਮਝੋ। ਕਹਿੰਦੇ ਪੰਜਾਬ ਦੇ ਵਿੱਚ ਨਾ ਸਿਵਲ ਸਰਵਿਸ ਰੂਲਸ ਦੇ ਵਿੱਚ ਰਜਿਸਟਰ ਬਣੇ ਹੋਏ ਆ, ਰਜਿਸਟਰ A1, ਰਜਿਸਟਰ A2, ਰਜਿਸਟਰ A3, ਰਜਿਸਟਰ B ਤੇ ਰਜਿਸਟਰ C। PCS ਬਣਨ ਵਾਲਾ ਬੰਦਾ ਕਿਸੇ ਨਾ ਕਿਸੇ ਰਜਿਸਟਰ ਚੋਂ ਫਾਲ ਕਰਦਾ ਹੀ ਕਰਦਾ ਹੈ। ਜਿਹੜਾ ਬੰਦਾ ਪੰਜਾਬ ਦੇ ਵਿੱਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਇਹ ਆ ਗਿਆ ਸ਼ਬਦ ਫਿਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਾਂ ਡਿਸਟ੍ਰਿਕਟ ਰੈਵਨਿਊ ਆਫਿਸਰ ਆ ਤੇ ਜੇ ਉਹ PCS ਬਣ ਜੇ ਪ੍ਰਮੋਸ਼ਨ ਦਾ ਪੇਪਰ ਦੇ ਕੇ, ਉਹਨੂੰ ਕਹਿੰਦੇ ਆ ਕਿ ਭਰਾਵਾ ਤੂੰ ਰਜਿਸਟਰ A1 ਚੋਂ PCS ਬਣਿਆ। ਜਿਹੜਾ ਬੰਦਾ ETO, DTO, ETO ਐਕਸਾਈਜ਼ ਇੰਸਪੈਕਟਰ, ਐਕਸਾਈਜ਼ ਆਫਿਸਰ, ETO ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਜਾਂ ਪੰਚਾਇਤਾਂ ਦੇ BDPO, DDPO, ਜਿਹੜਾ ਉਧਰੋਂ ਪੇਪਰ ਦੇ ਕੇ PCS ਲੱਗ ਜੇ ਉਹਨੂੰ ਕਹਿੰਦੇ ਤੂੰ ਰਜਿਸਟਰ A3 ਦੇ ਵਿੱਚੋਂ PCS ਲੱਗਿਆ। ਜਿਹੜਾ ਬੰਦਾ ਡਾਇਰੈਕਟ ਪ੍ਰੀ ਮੇਨਸ, ਜਿਹੜੇ ਆਮ ਬੱਚੇ ਜਿਹੜੇ PCS ਪ੍ਰੀ ਮੇਨਸ ਜਿਨ੍ਹਾਂ ਦਾ ਕਿ ਇੱਕ ਵੱਖਰਾ ਵੀ ਹਰ ਇੱਕ ਜਗ੍ਹਾ ਤੇ ਪੇਪਰ ਹੁੰਦੇ ਹੀ ਆ, ਬੈਚ ਬਣਦੇ ਆ ਜਿਹੜੇ PCS ਪ੍ਰੀ ਮੇਨਸ, ਉਹਨੂੰ ਕਹਿੰਦੇ ਆ ਕਿ ਤੂੰ ਰਜਿਸਟਰ B ਚੋਂ ਨਿਕਲਿਆ ਹੋਇਆ PCS ਅਫਸਰ ਆ। ਜਿਹੜਾ ਪੰਜਾਬ ਦੇ ਵਿੱਚ ਕਿਸੇ ਵੀ ਲੈਵਲ ਤੇ ਸੀਨੀਅਰ ਸਹਾਇਕ ਜਾਂ ਸੀਨੀਅਰ ਸਹਾਇਕ ਆ ਤੇ ਜਾਂ ਸੀਨੀਅਰ ਸਕੇਲ ਸਟੈਨੋਗ੍ਰਾਫਰ ਜਾਂ ਇਸ ਤੋਂ ਉੱਪਰ ਸੁਪਰੀਡੈਂਡੈਂਟ ਆ, ਅੰਡਰ ਸੈਕਟਰੀ ਆ, ਜੁਆਇੰਟ ਸੈਕਟਰੀ ਆ, ਉਸ ਲੈਵਲ ਦਾ ਬੰਦਾ ਉਹ PCS ਕਲੀਅਰ ਕਰਦੀ, ਉਹਨੂੰ ਕਹਿੰਦੇ ਤੂੰ ਰਜਿਸਟਰ A2 ਦਾ PCS ਅਫਸਰ ਆ। ਪੋਸਟਾਂ ਦੇ ਨਾਮ ਮੈਂ ਦੱਸਦੇ। ਇਹਨਾਂ ਸਾਰੀਆਂ ਪੋਸਟਾਂ ਤੋਂ ਬਿਨਾ ਕੋਈ ਹੋਰ ਕਿਸੇ ਵੀ ਮਹਿਕਮੇ 'ਚ ਕੰਮ ਕਰ ਰਿਹਾ ਹੈ ਤੇ ਗਰੁੱਪ B ਤੇ ਆ, ਜਿਵੇਂ ਪੰਜਾਬ ਪੁਲਿਸ ਦਾ ਇੰਸਪੈਕਟਰ, ਸਬ ਇੰਸਪੈਕਟਰ ਨਹੀਂ, ਉਹ ਗਰੁੱਪ C ਆ। ਇੰਸਪੈਕਟਰ, ਜੇਲ੍ਹਾਂ ਦੇ ਵਿੱਚ ਕੰਮ ਕਰਨ ਵਾਲੇ DSP, ਉਹ ਸਬ ਇੰਸਪੈਕਟਰ ਹੁੰਦੇ, DSP ਗਰੁੱਪ B ਹੁੰਦੇ ਆ। ਕਹਿੰਦੇ ਉਹ ਸਾਰੇ ਰਜਿਸਟਰ C 'ਚ ਫਾਲ ਕਰਦੇ ਆ। ਬਸ ਆਹ ਕਹਾਣੀ ਆ। ਹੁਣ ਇਹਨਾਂ ਸਾਰਿਆਂ ਦਾ ਪੇਪਰ ਕਿਵੇਂ ਹੁੰਦਾ ਹੈ? ਹੁਣ ਰਜਿਸਟਰ A1 ਦਾ ਕੀ ਹਿਸਾਬ ਆ, ਰਜਿਸਟਰ A2 ਦਾ ਕੀ ਹਿਸਾਬ ਆ, ਰਜਿਸਟਰ A3 ਦਾ ਕੀ ਹਿਸਾਬ ਆ, ਰਜਿਸਟਰ B ਦਾ ਤੇ ਰਜਿਸਟਰ C ਦਾ। ਇਹਨਾਂ ਚੋਂ ਆ ਤਾਂ ਬਿਲਕੁਲ ਬਚਪਨ ਤੋਂ ਹੀ ਇਹ ਤਾਂ ਬਿਲਕੁਲ ਇਹਨਾਂ ਦਾ ਪੇਪਰ ਕੰਡਕਟ ਕਰਦੀ ਹੈ PPSC। ਕਿਵੇਂ? ਪ੍ਰੀ ਮੇਨਸ ਇੰਟਰਵਿਊ। ਇਹ ਤਾਂ ਸਿੱਧੇ PCS ਆ। ਇਹਨਾਂ ਦਾ ਤੇ ਇਹਨਾਂ ਦਾ ਜਿਹੜਾ ਪੇਪਰ ਆ, ਇਹਨਾਂ ਦਾ ਤੇ ਇਹਨਾਂ ਦਾ ਸੌਰੀ ਆ ਨਹੀਂ, A1 ਤੇ A3 ਦਾ, ਇਹਨਾਂ ਦਾ ਪੇਪਰ ਪੰਜਾਬ ਸਰਕਾਰ ਆਪ ਹੀ ਚਾਹੇ ਮਕਸੀਪਾ ਤੋਂ ਕੰਡਕਟ ਕਰਾਵੇ, ਜਿਵੇਂ ਮਰਜ਼ੀ ਕਰਦੀ ਹੈ। ਇਹ ਜਿਹੜੇ A2 ਤੇ ਰਜਿਸਟਰ C ਵਾਲੇ ਆ, ਇਹਨਾਂ ਦਾ ਪੇਪਰ ਜਿਹੜਾ ਹੁੰਦਾ, ਇਹਨਾਂ ਦਾ ਵੀ ਪ੍ਰਮੋਸ਼ਨਲ ਪੇਪਰ ਹੁੰਦਾ ਹੈ, ਉਹ ਮਕਸੀਪਾ ਕੰਡਕਟ ਕਰਦਾ ਹੈ। ਰਜਿਸਟਰ A2 ਤੇ ਰਜਿਸਟਰ C ਦਾ ਪੇਪਰ ਕੰਡਕਟ ਕਰਦੀ ਹੈ PPSC।
ਇਹਨੂੰ ਕਹਿੰਦੇ ਪ੍ਰਮੋਸ਼ਨਲ ਪੇਪਰ। ਰਜਿਸਟਰ ਬੀ ਵਾਲੇ ਹੁੰਦੇ ਆ ਡਾਇਰੈਕਟ ਰਿਕਰੂਟਮੈਂਟ ਵਾਲੇ, 50% ਕੋਟਾ ਇਹਨਾਂ ਦਾ ਹੁੰਦਾ, ਬਾਕੀ ਸਾਰਿਆਂ ਦਾ ਮਿਲਾ ਮਿਲੂ ਕੇ 50% ਹੁੰਦਾ ਹੈ। ਸੋ ਆ ਜਿਹੜੇ PPSC ਵਾਲੇ ਆ ਨਾ ਜੀ, ਇਹੀ ਸਭ ਤੋਂ ਖਾਸ ਆ ਕਿ ਇਹ ਪ੍ਰਮੋਸ਼ਨ ਪੇਪਰ ਆ। ਜੇ ਤੁਸੀਂ ਰਜਿਸਟਰ A2 ਚੋਂ ਜਾਂ ਰਜਿਸਟਰ C ਚੋਂ ਤੁਹਾਡਾ ਇਕੱਠਾ ਪੇਪਰ ਹੋਊਗਾ, ਤੁਹਾਡੀਆਂ ਪੋਸਟਾਂ ਅੱਡ ਹੋਣਗੀਆਂ, ਤੁਹਾਡੀਆਂ ਪੋਸਟਾਂ ਜਿਵੇਂ ਇਸ ਸਾਲ ਵਾਲੀਆਂ ਨੂੰ ਐਗਜ਼ਾਮਪਲ, ਪਰ ਤੁਹਾਡਾ ਪੇਪਰ ਇੱਕੋ ਹੀ ਹੋਊਗਾ। ਤੁਸੀਂ ਆਪਣੇ ਕੋਟੇ 'ਚ ਅਪਲਾਈ ਕਰਨਾ, ਤੁਸੀਂ ਆਪਣੇ 'ਚ ਅਪਲਾਈ ਕਰਨਾ। ਇਹਨਾਂ ਦੇ ਪੇਪਰ ਦਾ ਫਾਰਮੂਲਾ ਹੈ ਕਿ ਇੱਕ ਆਬਜੈਕਟਿਵ ਟਾਈਪ ਪੇਪਰ, ਇੱਕ ਆਬਜੈਕਟਿਵ ਟਾਈਪ ਪੇਪਰ, ਉਸ ਤੋਂ ਬਾਅਦ ਤੁਹਾਡੀ ACR, ਉਸ ਤੋਂ ਬਾਅਦ ਤੁਹਾਡੀ ਈਅਰ ਜੌਬ ਦੀ ਸਰਵਿਸ ਦੀ ਲੈਂਥ, ਫਿਰ ਇੰਟਰਵਿਊ, ਸਾਰੀਆਂ ਚੀਜ਼ਾਂ ਜੋੜ ਕੇ ਤੁਹਾਡੇ 100 ਚੋਂ ਨੰਬਰ ਜਾਂ 90 ਚੋਂ ਜੋ ਵੀ ਆ ਨੰਬਰ ਬਣਦੇ ਆ। ਆਹ ਸਾਰੀ ਕਹਾਣੀ ਆ ਤੁਹਾਡੇ ਪੇਪਰ ਦੀ। ਸੋ ਉਮੀਦ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਸਮਝ ਆ ਗਿਆ ਕਿ ਹੈ ਕੀ ਆ। ਜੇ ਕੋਈ ਕਹੇ ਕਿ ਇਸ PCS ਐਗਜ਼ੈਕਟਿਵ ਦਾ ਸਿਲੇਬਸ ਦੱਸ ਦਿਓ, ਹੁਣ ਕੀ ਆ ਸਿਲੇਬਸ ਇਹਦਾ ਉਹੀ ਆ ਜੋ ਪੰਜਾਬ ਦੇ PCS ਦਾ ਸਿਲੇਬਸ ਆ। ਮਤਲਬ ਜਰਨਲ ਸਾਇੰਸ 'ਚ ਆ ਸਾਰਾ ਕੁਝ, ਠੀਕ ਆ, ਮੈਂ ਇਨਵਾਇਰਮੈਂਟਲ ਸਾਇੰਸ 'ਚ ਆ ਸਾਰਾ ਕੁਝ, ਠੀਕ ਆ। ਇਸ ਤੋਂ ਬਿਨਾ ਪੋਲੀਟੀਕਲ ਥਿਊਰੀ ਆ ਸਾਰਾ ਕੁਝ, ਉਸ ਤੋਂ ਬਾਅਦ ਇੰਡੀਅਨ ਪੋਲਿਟੀ ਆ ਸਾਰਾ ਕੁਝ, ਹਿਸਟਰੀ ਆਫ ਪੰਜਾਬ ਆ ਸਾਰਾ ਕੁਝ, ਵਰਲਡ ਹਿਸਟਰੀ ਸੇਮ, ਇੰਡੀਅਨ ਇਕਨੋਮੀ ਵਰਲਡ ਹਿਸਟਰੀ ਵੀ ਆਉਂਦੀ ਇਹਦੇ 'ਚ, ਜੋਗਰਾਫੀ ਵੀ ਆ ਰਹੀ ਹੈ ਜੀ ਇਹਦੇ 'ਚ, ਠੀਕ ਆ। ਜੋਗਰਾਫੀ ਤੋਂ ਬਾਅਦ ਪੰਜਾਬ ਆ ਰਿਹਾ ਇਹਦੇ 'ਚ, ਪੰਜਾਬ ਤੋਂ ਬਾਅਦ ਆ ਲਓ ਜੀ ਕਰੰਟ ਇਵੈਂਟਸ ਆ ਰਹੇ ਆ। ਉਸ ਤੋਂ ਬਾਅਦ ਆ ਜਾਂਦੀ ਹੈ ਜੀ ਇੰਗਲਿਸ਼ ਤੇ ਪੰਜਾਬੀ, ਇਹਦੇ 'ਚ ਇੰਗਲਿਸ਼ ਪੰਜਾਬੀ ਵੀ ਆਉਂਦੀ ਆ, ਠੀਕ ਆ। ਕੰਪਰੀਹੈਂਸ਼ਨ ਇੰਗਲਿਸ਼ ਪੰਜਾਬੀ ਦੇ ਆਉਂਦੇ ਆ ਜੀ। ਇਹ ਸਾਰਾ ਪੇਪਰ ਆ। ਹਾਂ, ਇਹ ਸਾਰੇ ਪੇਪਰ ਦੀ ਖਾਸੀਅਤ ਆ ਕਿ ਇਹ ਸਾਰਾ ਪੇਪਰ ਜਿਹੜਾ ਹੈ ਨਾ, ਇਹ 100 ਨੰਬਰ ਦਾ ਹੁੰਦਾ ਹੈ। ਇਹ 10 ਸਬਜੈਕਟ ਆ ਸਾਰੇ ਮਿਲਾ ਮਿਲੂ ਕੇ, ਇਹ ਸਾਰੇ 10 ਨੰਬਰ ਦੇ ਆਉਂਦੇ ਆ ਪੇਪਰ 'ਚ। ਇੰਗਲਿਸ਼ ਵੀ, ਪੰਜਾਬੀ ਵੀ। ਇੰਗਲਿਸ਼ ਤੇ ਪੰਜਾਬੀ 15 ਨੰਬਰ ਦੀ, ਬਾਕੀ ਸਾਰੇ 8-8 9-9 ਨੰਬਰ ਦੇ ਪੱਕੇ। ਇਹ ਪੇਪਰ PPSC ਦੇ ਕਿਹੜੇ ਲੈਵਲ ਤੇ ਹੁੰਦਾ ਹੈ ਅੱਜ ਤੱਕ ਦਾ ਪੈਮਾਨਾ ਜੋ ਮੈਂ ਦੱਸ ਰਿਹਾ। ਜਿਹੜੇ ਵੀ ਆਮ PPSC ਪੇਪਰ ਲੈਂਦੀ ਉਹ ਇੱਥੇ ਹੁੰਦੇ ਆ, PCS ਇੱਥੇ ਹੁੰਦਾ ਹੈ, ਤੇ ਇਹ ਪੇਪਰ ਕਿਤੇ ਇੱਥੇ ਫਾਲ ਕਰਦਾ ਹੁੰਦਾ ਹੈ। ਜਿਵੇਂ ਅੱਜ PPSC ਦੇ ਨਾਰਮਲ ਪੇਪਰ ਆ ਰਹੇ ਉਹੀ ਬਹੁਤ ਔਖੇ ਆ ਰਹੇ ਆ, ਇਹ ਪੇਪਰ ਫਿਰ ਇਹਨਾਂ ਤੋਂ ਔਖਾ ਤੇ PCS ਦੇ ਬਰਾਬਰ ਦਾ ਆਉਂਦਾ ਹੈ। PCS ਤੋਂ ਵੀ ਥੋੜਾ ਜਿਹਾ ਉੱਪਰ ਹੀ ਚੱਲ ਜਾਂਦਾ ਹੁੰਦਾ ਇਸ ਪੇਪਰ ਦਾ ਲੈਵਲ, ਕਿਉਂਕਿ ਅੱਜ ਤੱਕ 2 ਹੀ ਪੇਪਰ ਲਏ ਇਹਨਾਂ ਨੇ, 2013 ਹੁਣ ਤੱਕ ਦੇ ਜਿਹੜੇ ਆ, ਫਿਰ ਇੱਕ 18 ਚ, ਠੀਕ ਆ, ਪ੍ਰਮੋਸ਼ਨ ਦੇ ਪੇਪਰ। ਹੁਣ 2022-23 ਚ ਆਉਣ ਵਾਲਾ ਹੈ। ਇਸ ਪੇਪਰ ਨੂੰ ਲੈ ਕੇ ਬੜੇ ਵਧੀਆ ਤਰੀਕੇ ਨਾਲ ਐਸਪੀਰੈਂਟਸ ਦੀ ਤਿਆਰੀ ਹੋਣੀ ਚਾਹੀਦੀ ਹੈ, ਠੀਕ ਆ। ਸੋ ਇਹ ਬੇਸਿਕਲੀ ਪੇਪਰ ਜਿਹੜਾ ਹੈ ਇਸ ਵਾਰ ਜਿਹੜਾ ਹੋਣਾ ਆ, ਇਹਨੂੰ ਤਾਂ ਹੀ ਕਹਿ ਦਿੰਦੇ ਆ ਕਿ ਰਜਿਸਟਰ A2 ਜਮਾ C ਦਾ ਪੇਪਰ, ਕਿਉਂਕਿ ਜਾਂ ਤਾਂ ਰਜਿਸਟਰ A2 ਵਾਲਿਆਂ ਦਾ ਪੇਪਰ ਆਬਜੈਕਟਿਵ ਹੁੰਦਾ ਹੈ ਜਾਂ ਰਜਿਸਟਰ C ਵਾਲਿਆਂ ਦਾ। ਬਾਕੀ A1 ਤੇ A3 ਵਾਲਿਆਂ ਦਾ ਮਕਸੀਪਾ ਲਊਗੀ, ਰਜਿਸਟਰ B ਸਿੱਧਾ PCS ਪ੍ਰੀ ਮੇਨਸ ਇੰਟਰਵਿਊ ਉਹਨੂੰ ਕਹਿ ਦਿੰਦੇ ਆ। ਸੋ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਆ ਨਾ, ਇਹ ਆ ਜੀ ਸਾਡੇ ਕੋਲ। ਤਾਂ ਓਬਵੀਅਸ ਜੀ ਗੱਲ ਆ, ਮੈਂ ਇਹ ਵੀਡੀਓ ਬਣਾਉਣ ਦਾ ਪਰਪਸ ਤਾਂ ਸੀ ਕਿਉਂਕਿ ਇਸ ਪੇਪਰ ਵਾਸਤੇ ਅਸੀਂ ਖੁਦ ਤਿਆਰੀ ਕਰਵਾ ਰਹੇ ਹਾਂ, ਠੀਕ ਆ। ਇਹ ਜਿਹੜਾ ਪੰਜਾਬ PCS ਦਾ ਰਜਿਸਟਰ A2 ਤੇ C ਦਾ ਪੇਪਰ ਆ, ਇਹਦੀ ਤਿਆਰੀ ਜੇ ਤੁਸੀਂ ਸਾਡੇ ਕੋਲ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਹਾਂ ਮੇਰਾ ਕੰਟੈਂਟ ਜਿਹੜਾ ਕਿ ਸਪੈਸ਼ਲੀ ਇਸ ਬੈਚ ਵਾਸਤੇ ਸਪੈਸ਼ਲੀ ਤਿਆਰ ਕੀਤਾ ਗਿਆ ਹੈ, ਇਹਦੇ ਲੈਵਲ ਦੇ ਅਕੋਰਡਿੰਗ ਤੇ PPSC ਵਾਲੇ ਬੈਚ ਤੋਂ ਮੇਰੇ ਤੋਂ ਅੱਡ ਕੰਟੈਂਟ ਆ, ਸਪੈਸ਼ਲ ਇਹਦਾ ਕੋਰਸ ਆ ਜਿਹਨੂੰ ਅਸੀਂ ਰਜਿਸਟਰ A2 ਤੇ C ਦਾ ਪੇਪਰ ਕਹਿੰਦੇ ਆ, ਠੀਕ ਆ। ਇਹਦੇ ਵਾਸਤੇ ਜੇ ਤੁਹਾਡੇ ਕੋਲ ਨੂੰ ਨਹੀਂ ਪਤਾ ਤਾਂ ਤੁਸੀਂ ਨਾ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਡਾਊਨਲੋਡ ਕਰ ਲਓ ਐਂਡਰੋਇਡ ਤੋਂ ਡਾਇਰੈਕਟ। ਆਈਫੋਨ ਤੇ ਐਪ ਡਾਊਨਲੋਡ ਕਰੋ ਮਾਈ ਇੰਸਟੀਟਿਊਟ ਤੇ ਕੋਡ ਮੰਗਣਗੇ ਤਾਂ ਕੋਡ ਭਰਿਓ MVWOG, ਠੀਕ ਆ। ਫਿਰ ਉਸ ਤੋਂ ਬਾਅਦ ਉਸ ਐਪ ਤੇ ਤੁਹਾਨੂੰ ਆਹ ਕੋਰਸ ਮਿਲੂਗਾ, ਪੰਜਾਬ PCS ਐਗਜ਼ੈਕਟਿਵ ਹੋਮ ਪੇਜ ਤੇ ਲੱਭ ਜੂਗਾ ਤੁਹਾਨੂੰ ਆਹ ਕੋਰਸ, ਠੀਕ ਆ। ਅਦਰਵਾਈਜ਼ ਇਸ ਨੰਬਰ ਤੇ WhatsApp ਕਰਕੇ ਕੋਰਸ ਦਾ ਨਾਮ ਲਿਖ ਦਿਓ, ਅਸੀਂ ਆਪਣੇ ਆਪ ਗੱਲ ਕਰਾਂਗੇ। ਇਸ ਕੋਰਸ ਨੂੰ ਖੋਲਣ 'ਚ ਜੇ ਸਫਲ ਹੋ ਗਏ ਤਾਂ ਉਹਦੇ ਅੰਦਰ ਮੈਂ ਬਹੁਤ ਸਾਰੇ ਲੈਕਚਰਸ ਰਿਕਾਰਡ ਕਰਕੇ ਪਾ ਰੱਖੇ ਆ ਤੇ ਇਹ ਕੋਰਸ ਅੱਗੇ ਚੱਲੀ ਜਾਂਦਾ। ਜਿਹੜਾ ਵੀ ਐਸਪੀਰੈਂਟ ਤਿਆਰੀ ਕਰਨਾ ਚਾਹੁੰਦਾ ਉਹਦੇ ਲਈ ਸਭ ਤੋਂ ਵੱਧ ਕਨਵੀਨੀਅੰਟ ਇਹ ਆ ਕਿ ਮੈਨੂੰ ਕੋਰਸ ਬਣਿਆ ਬਣਾਇਆ ਮਿਲ ਜੇ। ਮੈਂ ਇਹੋ ਜਿਹੀ ਜਗ੍ਹਾ ਤੇ ਪੜਾਂ ਜਿੱਥੇ ਮੈਨੂੰ ਬਾਈਲਿੰਗੁਅਲ PPSC PCS ਲੈਵਲ ਦਾ ਕੰਟੈਂਟ ਬਾਈਲਿੰਗੁਅਲ ਮਿਲੇ, ਕਿਉਂਕਿ ਇਹ ਪੇਪਰ ਬਾਈਲਿੰਗੁਅਲ ਅੱਜ ਤੱਕ ਆਉਂਦਾ ਰਿਹਾ ਹੈ ਤੇ ਅੱਜ ਤੋਂ ਬਾਅਦ ਵੀ ਆਉਣਾ ਹੈ। ਬਾਈਲਿੰਗੁਅਲ ਆਉਂਦਾ ਹੈ ਪੇਪਰ, ਇੰਗਲਿਸ਼ ਤੇ ਪੰਜਾਬੀ ਦੋਵਾਂ ਭਾਸ਼ਾ 'ਚ। ਆਬਜੈਕਟਿਵ ਪੇਪਰ ਆ, ਤੁਸੀਂ ਜਿਹੜੀ ਮਰਜ਼ੀ ਆਪਸ਼ਨਸ ਪੜ੍ਹ ਸਕਦੇ ਹੋ, ਠੀਕ ਆ। PPSC ਨੂੰ ਲੈ ਕੇ ਜਿੰਨਾ ਕੁ ਮੇਰਾ ਤਜਰਬਾ ਹੁਣ ਤੱਕ ਰਿਹਾ, ਠੀਕ ਆ, ਉਹਦਾ ਮੈਂ ਇੱਕ ਐਗਜ਼ਾਮਪਲ ਹਮੇਸ਼ਾ ਦਿੰਦਾ ਹੁੰਦਾ ਕਿ ਬਹੁਤ ਕਹਿੰਦੇ ਸੀ ਕਿ ਨੈਬ ਤਹਿਸੀਲਦਾਰ 'ਚ ਇੰਨੀ ਕਟ ਆਫ ਜਾਊਗੀ ਇੰਨੀ, ਤੇ ਮੈਂ ਹਮੇਸ਼ਾ ਕਹਿੰਦਾ ਸੀ ਕਿ PPSC ਨੂੰ ਲੈ ਕੇ ਇੰਨੀ ਤਿਆਰੀ ਨਹੀਂ ਹਜੇ ਸਾਡੇ ਬੱਚੇ ਕਰਨ ਲੱਗੇ, ਕਿਉਂਕਿ ਲੈਵਲ PPSC ਨੇ ਬਹੁਤ ਤਾਂ ਚੱਕਤਾ ਹੈ। ਸੋ ਸੇਮ ਕਹਾਣੀ ਇਸ ਵਾਰ ਦੇ ਰਿਜ਼ਲਟ 'ਚ ਦੇਖਣ ਨੂੰ ਮਿਲੀ ਹੈ। PPSC ਦੇ ਪੇਪਰਾਂ ਨੂੰ ਲੈ ਕੇ
ਮੇਰਾ ਤਜਰਬਾ ਕੀ ਕਹਿੰਦਾ ਹੈ ਜਾਂ ਮੇਰੇ ਪੜ੍ਹਾਉਣ ਦਾ ਪੱਧਰ ਕੀ ਆ, ਤੁਸੀਂ ਇਹ ਕੋਰਸ ਨੂੰ ਖੋਲਿਓ, ਆਪਣੇ ਮਨਪਸੰਦ ਦੇ ਜੀਕੇ ਦੇ ਸਬਜੈਕਟ ਦੀ ਡੈਮੋ ਖੋਲਿਓ ਤੇ ਚੈੱਕ ਕਰ ਲਿਓ। ਜੇ ਸੈਟੀਸਫਾਈਡ ਹੋਵੋਗੇ ਤਾਂ ਤੁਸੀਂ ਇਸ ਕੋਰਸ ਨੂੰ ਬਾਏ ਕਰਕੇ ਆਪਣਾ ਸਿਲੇਬਸ ਤੇ ਫੋਨ ਕਰਕੇ ਸਟ੍ਰੈਟਜੀ ਬਣਵਾ ਲਓ ਕਿ ਸਰ ਕਿੱਥੋਂ ਸਟਾਰਟ ਕਰੀਏ। ਤੇ ਜੇ ਚਾਹਵਾਨ ਹੈਗੇ ਹੋ ਕਿ ਹਾਂ ਜੋ ਕੰਟੈਂਟ ਸਕਰੀਨ ਤੇ ਚੱਲ ਰਿਹਾ ਹੈ ਉਹਦੀਆਂ PDF ਨਹੀਂ ਡਾਊਨਲੋਡ ਹੁੰਦੀਆਂ, ਠੀਕ ਆ, ਤੁਸੀਂ ਸਾਡੇ ਕੋਲ ਪ੍ਰਿੰਟਿੰਗ ਕਾਸਟ ਤੇ ਜੇ ਮੰਗਵਾਉਣਾ ਵੀ ਚਾਹੁੰਦੇ ਹੋਵੋਗੇ ਤਾਂ ਜੋ ਮਗਰ ਸਕਰੀਨ ਤੇ PDF ਚੱਲਦੀਆਂ ਉਹ ਅਸੀਂ ਤੁਹਾਨੂੰ ਭੇਜ ਵੀ ਦੇਵਾਂਗੇ। ਸੋ ਇਹ ਸਾਡਾ ਤਰੀਕਾ ਰਹੂਗਾ ਇਹਨੂੰ ਕਰਨ ਦਾ। ਇਹਦੇ ਨਾਲ ਕਿੱਥੋਂ ਆਬਜੈਕਟਿਵ ਤਿਆਰੀ ਕਰਨੀ ਹੈ, ਕਿਵੇਂ ਕਰਨਾ, ਸਭ ਕੁਝ ਕੰਟੈਂਟ ਦੀ ਗਾਈਡੈਂਸ ਅਸੀਂ ਦੇਣੀ ਹੈ ਤੁਹਾਨੂੰ। ਸੋ ਇਹ ਸਾਡੀ ਜ਼ਿੰਮੇਵਾਰੀ ਰਹਿਣ ਵਾਲੀ ਆ। ਜੇ ਕਿਸੇ ਨੂੰ ਕੋਈ ਕੁਐਰੀ ਆ ਤਾਂ ਤੁਸੀਂ ਇਸ ਨੰਬਰ ਤੇ WhatsApp ਕਰਕੇ ਕੁਐਰੀ ਲੈ ਸਕਦੇ ਹੋ। ਅੱਜ ਵਾਸਤੇ ਇੰਨਾ ਹੀ ਬਹੁਤ ਆ ਤੇ ਧੰਨਵਾਦ।